ਇਜ਼ਰਾਈਲ ਨੂੰ ਇੱਕ ਇਹੋ ਜਿਹੇ ਮੁਲਕ ਵਜੋਂ ਪਾਲਣ ਪੋਸ਼ਣ ਦੇ ਅਮਰੀਕਾ ਦੇ ਆਪਦੇ ਇੰਟਰਸਟ ਸੀ, ਕਿਉਂਕਿ ਜਿਹੜਾ ਇਹ ਅਰਬ ਦਾ ਖਿੱਤਾ ਹੈ, ਇਹ ਖਿੱਤਾ ਤੇਲ ਉਤਪਾਦਕ ਖਿੱਤਾ ਹੈ। ਇਸ ਖੇਤਰ 'ਤੇ ਕੰਟਰੋਲ ਕਰਨਾ ਹਮੇਸ਼ਾ ਹੀ ਸਾਮਰਾਜੀ ਤਾਕਤਾਂ ਦਾ ਬਹੁਤ ਜ਼ਿਆਦਾ ਉਹਨਾਂ ਦੀ ਦਿਲਚਸਪੀ ਰਹੀ ਹੈ, ਉਹਨਾਂ ਦੀ ਲੋੜ ਰਹੀ। ਅਮਰੀਕਾ ਦੀ ਐਂ ਕਹਿ ਲਓ ਵੀ ਅਗਵਾਈ 'ਚ ਸਾਮਰਾਜੀ ਤਾਕਤਾਂ ਦੇ ਇੱਕ ਧੜੇ ਨੇ ਇੱਥੇ ਨਵਾਂ ਮੁਲਕ ਵਸਾਇਆ, ਯਹੂਦੀਆਂ ਦਾ ਇਜ਼ਰਾਈਲ ਵਸਾਇਆ। ਉਹ ਫਲਸਤੀਨ ਜਿਹੜਾ ਮੁਲਕ ਸੀਗਾ ਉਹਦੀ ਧਰਤੀ ਦੇ ਉੱਤੇ ਇੱਕ ਤਰ੍ਹਾਂ ਉਹਨਾਂ ਨੂੰ ਉੱਥੋਂ ਉਜਾੜ ਕੇ ਇੱਕ ਇਹੋ ਜਿਹੀ ਸਟੇਟ ਖੜੀ ਕਰ ਲਈ ਜਿਹੜੀ ਨੱਕੋ ਨੱਕ ਹਥਿਆਰਬੰਦ ਹੈ, ਅਤੇ ਉਸ ਸਟੇਟ ਦੀ ਆਰਮੀ ਹੈ। ਉਹਦੇ ਕੋਲ ਇਸ ਵੇਲੇ ਤਾਂ ਇਹ ਹਾਲਤ ਹੈ ਵੀ ਦੁਨੀਆ ਦੇ ਵਿਕਸਿਤ ਜਸੂਸੀ ਜਿਹੜਾ ਢਾਂਚਾ ਹੁੰਦਾ ਉਹ ਆ, ਉਹਦੇ ਕੋਲ ਸੌਫਟਵੇਅਰ ਵਿਕਸਿਤ ਹੁੰਦੇ ਆ ਜਿਹੜੇ ਜਸੂਸੀ ਕਰਨ ਵਾਸਤੇ, ਉਹ ਹੈ ਮਤਲਬ ਟੈਂਕ, ਤੋਪਾਂ, ਬੰਬ, ਕਿਹੜੇ ਹਥਿਆਰ ਆ ਜਿਹੜੇ ਇਜ਼ਰਾਈਲ ਕੋਲ ਨਹੀਂ, ਅਮਰੀਕਾ ਹੀ ਸਪਲਾਈ ਕਰਦੇ ਨੇ। ਫਲਸਤੀਨ ਵਾਲਿਆਂ ਦਾ ਤਾਂ ਰੌਲਾ ਇਹ ਹੈ ਵੀ ਤੁਸੀਂ ਸਾਡੇ ਮੁਲਕ 'ਤੇ ਕਬਜ਼ਾ ਕਰਕੇ ਸਾਡੀ ਧਰਤੀ 'ਤੇ ਸਾਨੂੰ ਇੱਕ ਬਹੁਤ ਛੋਟੇ ਖਿੱਤੇ 'ਚ ਸੰਘੇੜਤਾ, ਅਤੇ ਉੱਥੇ ਵੀ ਗਾਹਾਂ ਲਗਾਤਾਰ ਹਮਲੇ ਉਹਨਾਂ 'ਤੇ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਉੱਥੋਂ ਕੱਢ ਦੇਣ ਦਾ, ਉਜਾੜ ਦੇਣ ਦਾ, ਜਾਂ ਬਿਲਕੁਲ ਆਪਦੇ ਅਧੀਨ ਲਿਆਉਣ ਦਾ, ਇਹ ਜਿਹੜਾ ਉਹਨਾਂ ਦਾ ਟੀਚਾ ਇਜ਼ਰਾਈਲ ਦਾ। ਛੋਟੇ ਛੋਟੇ ਬੱਚੇ ਗਲੇਲਾਂ ਲੈ ਕੇ ਇਜ਼ਰਾਈਲੀ ਫੌਜੀਆਂ ਦੇ ਟੈਂਕਾਂ 'ਤੇ ਮਾਰਦੇ ਆ, ਉਹਨਾਂ ਦਾ ਸਾਹਮਣਾ ਕਰਦੇ ਆ, ਨੰਗੇ ਧੜ ਆਉਂਦੇ ਆ। ਇਜ਼ਰਾਈਲੀ ਜਿਹੜੀ ਉਹ ਜਿੱਥੇ ਉਹਨਾਂ ਨੇ ਕੰਧ ਜੀ ਬਣਾਈ ਹੋਈ ਹੈ ਉੱਥੇ ਆ ਕੇ ਉਹਨਾਂ ਦੇ ਖਿਲਾਫ ਬੋਲਦੇ ਆ, ਨਾਅਰੇਬਾਜ਼ੀ ਕਰਦੇ ਆ, ਨੰਗੇ ਧੜ, ਅਤੇ ਉਹ ਗੋਲੀਆਂ ਮਾਰਦੇ ਆ, ਸ਼ਹੀਦ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਅਸੀਂ ਇੱਕ ਜੰਗ ਬਾਰੇ ਹਰ ਰੋਜ਼ ਸੁਣਦੇ ਹਾਂ, ਇਜ਼ਰਾਈਲ ਤੇ ਫਿਲਸਤੀਨ ਦੀ ਬਾਰੇ, ਕਿ ਉਹ ਜੰਗ ਕਿਉਂ ਹੋ ਰਹੀ ਹੈ। ਇਹ 'ਤੇ ਹਰ ਇੱਕ ਵਿਅਕਤੀ ਦਾ, ਹਰ ਇੱਕ ਪੰਜਾਬੀ ਦਾ, ਹਰ ਇੱਕ ਭਾਰਤੀ ਦਾ ਅਤੇ ਦੁਨੀਆ ਭਰ 'ਚ ਸਵਾਲ ਬਣਿਆ ਹੋਇਆ ਹੈ, ਜਿਨ੍ਹਾਂ ਲੋਕਾਂ ਨੂੰ ਇਹਦੇ ਮੁੱਢ ਦਾ ਨਹੀਂ ਪਤਾ ਕਿ ਜੰਗ ਦਾ ਕਾਰਨ ਕੀ ਹੈ। ਉਹ ਹਰ ਕੋਈ ਸਵਾਲ ਕਰਦਾ ਹੈ ਕਿ ਜੰਗ ਕਿਉਂ ਹੋ ਰਹੀ ਹੈ, ਇਹ ਦੋ ਮੁਲਕ ਕਿਉਂ ਲੜ ਰਹੇ ਹੈ। ਤਾਂ ਇਸ 'ਤੇ ਚਰਚਾ ਕਰਨ ਲਈ ਸਾਡੇ ਨਾਲ ਸੁਰਖਲੀ ਦੇ ਸੰਪਾਦਕ ਪਵੇਲ ਕੁੱਸਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਇਸ ਜੰਗ ਦਾ ਪਿਛੋਕੜ ਕੀ ਹੈ, ਕੀ ਕਾਰਨ ਹੈ, ਕਿਉਂ ਇਹ ਦੋਨੇ ਦੇਸ਼ ਆਪਸ ਦੇ ਵਿੱਚ ਲੜ ਰਹੇ ਹੈ। ਸਵਾਗਤ ਹੈ ਪਵੇਲ ਜੀ ਤੁਹਾਡਾ। ਧੰਨਵਾਦ ਜੀ। ਕੀ ਕਾਰਨ ਹੈ ਜੀ ਇਹ ਦੋਨਾਂ ਦੇਸ਼ਾਂ ਦੀ, ਇਜ਼ਰਾਈਲ ਅਤੇ ਫਿਲਸਤੀਨ ਦੀ ਜੰਗ ਦੀ ਪਿਛੋਕੜ ਕੀ ਹੈ, ਕਿਉਂ ਇਹ ਅੱਜ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ? ਦੇਖੋ, ਵੈਸੇ ਤਾਂ ਇਹ ਇੱਕ ਬਹੁਤ ਪੁਰਾਣਾ ਲੰਬਾ ਮਸਲਾ ਹੈ ਅਤੇ ਥੋੜ੍ਹਾ ਗੁੰਝਲਦਾਰ ਵੀ ਹੈ। ਮੈਂ ਥੋੜ੍ਹਾ ਸੰਖੇਪ 'ਚ ਗੱਲ ਕਰਦਾ, ਦੱਸਣ ਦੀ ਕੋਸ਼ਿਸ਼ ਕਰਦਾ। ਅਸਲ 'ਚ ਇਹਦੀਆਂ ਜੜ੍ਹਾਂ ਇਸ ਗੱਲ 'ਚ ਹੈ ਵੀ 1948-49 ਦੇ ਵਿੱਚ ਇਹ ਜਿਹੜਾ ਅਰਬ ਵਾਲਾ ਖਿੱਤਾ ਹੈ, ਇੱਥੇ ਇੱਕ ਨਵਾਂ ਮੁਲਕ ਵਸਾਇਆ ਇਜ਼ਰਾਈਲ ਯਹੂਦੀਆਂ ਦਾ, ਕਿਉਂਕਿ ਉਹ ਜਿਹੜਾ ਸਮਾਂ ਸੀਗਾ ਉਦੋਂ ਪਹਿਲਾਂ, ਕਿਉਂਕਿ ਹਿਟਲਰ ਨੇ ਯਹੂਦੀਆਂ 'ਤੇ ਜ਼ੁਲਮ ਕੀਤੇ ਸੀ, ਅਤੇ ਦੁਨੀਆ ਭਰ 'ਚ ਜਿਹੜੇ ਯਹੂਦੀ ਲੋਕ ਹੈ, ਧਾਰਮਿਕ ਇੱਕ ਸੈਕਟ ਹੈ, ਉਹਨਾਂ ਦੇ ਪ੍ਰਤੀ ਦੁਨੀਆ 'ਚ ਹਮਦਰਦੀ ਸੀ ਸਾਰੀ ਸੰਸਾਰ 'ਚ। ਅਤੇ ਜਿਹੜਾ ਇਹ ਯਰੂਸ਼ਲਮ ਹੈ, ਇਹ ਵੀ ਉਹ ਕਿਉਂਕਿ ਥਾਂ ਉੱਥੇ ਕਿਹਾ ਜਾਂਦਾ ਉਹਨਾਂ ਦਾ, ਇਸ ਕਰਕੇ ਇਸ ਏਰੀਏ 'ਚ ਅਮਰੀਕਾ ਦੀ ਐਂ ਕਹਿ ਲਓ ਵੀ ਅਗਵਾਈ 'ਚ ਸਾਮਰਾਜੀ ਤਾਕਤਾਂ ਦੇ ਇੱਕ ਧੜੇ ਨੇ ਇੱਥੇ ਨਵਾਂ ਮੁਲਕ ਵਸਾਇਆ, ਯਹੂਦੀਆਂ ਦਾ ਇਜ਼ਰਾਈਲ ਵਸਾਇਆ। ਉਹ ਫਲਸਤੀਨ ਜਿਹੜਾ ਮੁਲਕ ਸੀਗਾ ਉਹਦੀ ਧਰਤੀ ਦੇ ਉੱਤੇ ਇੱਕ ਤਰ੍ਹਾਂ ਉਹਨਾਂ ਨੂੰ ਉੱਥੋਂ ਉਜਾੜ ਕੇ, ਉਦੋਂ ਛੋਟਾ ਹਿੱਸਾ ਸੀ ਉਜਾੜਿਆ, ਉਦੋਂ ਫਲਸਤੀਨ ਦਾ ਖੇਤਰ ਵੱਡਾ ਸੀ, ਥੋੜ੍ਹੀ ਥਾਂ 'ਤੇ ਵਸਾਇਆ, ਮੁੜ ਕੇ ਉਹਨੂੰ ਉਹ ਜਾਣੀ ਇੱਕ ਤਰ੍ਹਾਂ ਫਲਸਤੀਨ ਨੂੰ ਤੰਗ ਕਰਦੇ ਗਏ। ਇਜ਼ਰਾਈਲ ਫਿਰ ਜਿਹੜਾ ਵਸਿਆ ਸੀ ਉਹ ਉੱਥੇ ਕਬਜ਼ਾ ਕਰਦਾ ਗਿਆ। ਫਲਸਤੀਨੀਆਂ ਨੂੰ ਤਾਂ ਇੱਕ ਬਹੁਤ ਹੀ ਛੋਟੇ ਜਿਹੇ ਖਿੱਤੇ 'ਚ, ਜਿਵੇਂ ਆਪਣੇ ਬਠਿੰਡੇ ਵਰਗਾ ਜ਼ਿਲ੍ਹਾ ਹੋਵੇ ਜਾਂ ਮਤਲਬ ਇਸ ਤਰ੍ਹਾਂ ਦੇ ਇੱਕ ਖਿੱਤੇ 'ਚ ਉਹਨਾਂ ਨੂੰ ਛੋਟੀ ਪੌਕਟ 'ਚ ਸੰਘੇੜਤਾ ਫਲਸਤੀਨੀਆਂ ਨੂੰ। ਹੁਣ ਜਿਵੇਂ ਬਾਹਰੋਂ ਦੇਖਣ ਨੂੰ ਤਾਂ ਇਹ ਗੱਲ ਐਂ ਲੱਗਦੀ ਹੈ ਵੀ ਦੋ ਮੁਲਕ ਹੈ, ਉਹਨਾਂ ਦੋ ਮੁਲਕਾਂ ਦਾ ਉੱਥੇ ਆਪਸ 'ਚ ਰੌਲਾ ਹੈ ਅਤੇ ਲੜਾਈ ਹੋ ਰਹੀ ਹੈ। ਇਹਦੇ 'ਚ ਭਾਰਤ ਦਾ ਇਹਦੇ ਨਾਲ ਕੀ ਸੰਬੰਧ ਆ, ਮੈਂ ਬਾਅਦ 'ਚ ਗੱਲ ਕਰਦਾ। ਪਹਿਲਾਂ ਗੱਲ ਇਹ ਹੈ ਵੀ ਜਦੋਂ ਇਹ ਇੱਕ ਤਰ੍ਹਾਂ ਨਿਹੱਕੀ ਗੱਲ ਸੀ, ਬਹੁਤ ਫਲਸਤੀਨ ਦੇ ਲੋਕਾਂ ਨਾਲ ਧੱਕਾ ਸੀ। ਕਾਰਨ ਉਦੋਂ ਇਹ ਸੀ ਵੀ ਉਹਨਾਂ ਨੂੰ ਵਸਾਉਣ ਦੇ ਅਤੇ ਇਜ਼ਰਾਈਲ ਨੂੰ ਇੱਕ ਇਹੋ ਜਿਹੇ ਮੁਲਕ ਵਜੋਂ ਪਾਲਣ ਪੋਸ਼ਣ ਦੇ ਅਮਰੀਕਾ ਦੇ ਆਪਦੇ ਇੰਟਰਸਟ ਸੀ, ਕਿਉਂਕਿ ਜਿਹੜਾ ਇਹ ਅਰਬ ਦਾ ਖਿੱਤਾ ਹੈ, ਇਹ ਖਿੱਤਾ ਤੇਲ ਉਤਪਾਦਕ ਖਿੱਤਾ ਹੈ। ਇਸ ਖੇਤਰ 'ਤੇ ਕੰਟਰੋਲ ਕਰਨਾ ਹਮੇਸ਼ਾ ਹੀ ਸਾਮਰਾਜੀ ਤਾਕਤਾਂ ਦਾ ਬਹੁਤ ਜ਼ਿਆਦਾ ਉਹਨਾਂ ਦੀ ਦਿਲਚਸਪੀ ਰਹੀ ਹੈ, ਉਹਨਾਂ ਦੀ ਲੋੜ ਰਹੀ ਹੈ। ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੁਨੀਆ ਦਾ ਮੋਹਰੀ ਸਾਮਰਾਜੀ ਮੁਲਕ ਬਣ ਕੇ ਉੱਭਰਿਆ, ਕਿਉਂਕਿ ਉਹ ਸਿੱਧਾ ਜੰਗ 'ਚ ਸ਼ਾਮਲ ਨਹੀਂ ਸੀ। ਇੰਗਲੈਂਡ ਅਤੇ ਦੂਜੇ ਜਿਹੜੇ ਮੁਲਕ ਹੈ ਉਹ ਸਾਮਰਾਜੀ ਮੁਲਕ ਉਹ ਮੁਕਾਬਲਤਨ ਕਮਜ਼ੋਰ ਹੋ ਗਏ।
ਇਹਦੇ ਜਦੋਂ ਇੱਕ ਤਰ੍ਹਾਂ ਦੁਨੀਆ ਦੇ ਵਿੱਚ ਉਹ ਤੋਂ ਬਾਅਦ ਫਿਰ ਇਹ ਸੁਪਰ ਪਾਵਰ ਬਣਿਆ, ਉਹ ਬਣਨ 'ਚ ਵੀ ਇਸ ਗੱਲ ਦਾ ਰੋਲ ਹੈ ਵੀ ਉਹਨੇ ਤੇਲ ਦੇ ਖਿੱਤੇ ਤੇ ਜਿਹੜਾ ਅਮਰੀਕਾ ਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ। ਉਹ ਕਬਜ਼ਾ ਵੀ ਕਿਵੇਂ ਕੀਤਾ, ਉਹਦੇ 'ਚ ਇਜ਼ਰਾਈਲ ਦਾ ਬਹੁਤ ਵੱਡਾ ਰੋਲ ਹੈ ਵੀ ਉਹਨਾਂ ਨੇ ਇੱਕ ਇਹੋ ਜਿਹਾ ਮੁਲਕ ਵਸਾ ਲਿਆ, ਜਿਵੇਂ ਆਪਾਂ ਐਂ ਕਹਿ ਦਈਏ ਵੀ ਆਪਣੇ ਪਿੰਡ ਦੇ ਆਪਣੇ ਇਲਾਕੇ 'ਚ ਆ ਕੇ ਕੋਈ ਦੁਸ਼ਮਣ ਜਾਂ ਹਕੂਮਤ ਕੋਈ ਆਪਦੀ ਇੱਕ ਚੌਂਕੀ ਕਾਇਮ ਕਰ ਲੇ, ਜਿੱਥੋਂ ਉਹ ਨਿੱਕੀ ਨਿੱਕੀ ਗੱਲ 'ਤੇ ਹਰੇਕ ਖਿੱਤੇ 'ਚ ਨਿਗਾਹ ਰੱਖੇ। ਇਜ਼ਰਾਈਲ ਇੱਕ ਇਹੋ ਜਿਹੀ ਮਹੱਤਵਪੂਰਨ ਥਾਂ 'ਤੇ ਇੱਕ ਇਹੋ ਜਿਹਾ ਮੁਲਕ ਵਸਾ ਲਿਆ ਜਿਹਦੇ ਇੱਕ ਇਹੋ ਜਿਹੀ ਸਟੇਟ ਖੜੀ ਕਰ ਲਈ ਜਿਹੜੀ ਨੱਕੋ ਨੱਕ ਹਥਿਆਰਬੰਦ ਹੈ, ਅਤੇ ਉਸ ਸਟੇਟ ਦੀ ਆਰਮੀ ਹੈ ਉਹਦੇ ਕੋਲੇ। ਇਸ ਵੇਲੇ ਤਾਂ ਇਹ ਹਾਲਤ ਹੈ ਵੀ ਦੁਨੀਆ ਦੇ ਵਿਕਸਿਤ ਜਸੂਸੀ ਜਿਹੜਾ ਢਾਂਚਾ ਹੁੰਦਾ ਉਹ ਆ ਉਹਦੇ ਕੋਲੇ, ਸੌਫਟਵੇਅਰ ਵਿਕਸਿਤ ਹੁੰਦੇ ਆ ਜਿਹੜੇ ਜਸੂਸੀ ਕਰਨ ਵਾਸਤੇ, ਉਹ ਹੈ ਮਤਲਬ ਟੈਂਕ, ਤੋਪਾਂ, ਬੰਬ, ਕਿਹੜੇ ਹਥਿਆਰ ਆ ਜਿਹੜੇ ਇਜ਼ਰਾਈਲ ਕੋਲੇ ਨਹੀਂ, ਅਮਰੀਕਾ ਹੀ ਸਪਲਾਈ ਕਰਦਾ। ਅਤੇ ਇਹਦੇ ਜ਼ੋਰ 'ਤੇ ਉਹ ਅਰਬ ਦੇ ਬਹੁਤ ਸਾਰੇ ਮੁਲਕਾਂ ਦੀ ਬਾਂਹ ਮਰੋੜ ਕੇ ਰੱਖਦੇ ਆ। ਇਉਂ ਜਾਣੀ ਇਜ਼ਰਾਈਲ ਜਿਹਨੂੰ ਦੁਨੀਆ 'ਚ ਉਹਦੇ ਪਾਲਤੂ ਮੁਲਕ ਵਜੋਂ ਜਾਣਿਆ ਜਾਂਦਾ ਅਮਰੀਕਾ ਦੇ, ਅਤੇ ਜਿਹੜਾ ਅਰਬ ਦੇ ਲੋਕਾਂ ਦੇ ਤੇਲ ਨੂੰ ਲੁੱਟਦਾ, ਇਜ਼ਰਾਈਲ ਦੇ ਜ਼ੋਰ 'ਤੇ ਅਮਰੀਕਾ ਲੁੱਟਦਾ। ਇਹ ਮੇਨ ਉੱਥੇ ਟਕਰਾਅ ਇਹ ਹੈ ਵੀ ਫਲਸਤੀਨ ਵਾਲਿਆਂ ਦਾ ਤਾਂ ਰੌਲਾ ਇਹ ਹੈ ਵੀ ਤੁਸੀਂ ਸਾਡੇ ਮੁਲਕ 'ਤੇ ਕਬਜ਼ਾ ਕਰਕੇ ਸਾਡੀ ਧਰਤੀ 'ਤੇ ਸਾਨੂੰ ਇੱਕ ਬਹੁਤ ਛੋਟੇ ਖਿੱਤੇ 'ਚ ਸੰਘੇੜਤਾ, ਅਤੇ ਉੱਥੇ ਵੀ ਗਾਹਾਂ ਲਗਾਤਾਰ ਹਮਲੇ ਉਹਨਾਂ 'ਤੇ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਉੱਥੋਂ ਕੱਢ ਦੇਣ ਦਾ, ਆਜ਼ਾਦ ਦੇਣ ਦਾ, ਜਾਂ ਬਿਲਕੁਲ ਆਪਦੇ ਅਧੀਨ ਲਿਆਉਣ ਦਾ, ਇਹ ਜਿਹੜਾ ਉਹਨਾਂ ਦਾ ਟੀਚਾ ਇਜ਼ਰਾਈਲ ਦਾ। ਹੁਣ ਇਹ ਲੜਾਈ, ਇਹਨੂੰ ਬਾਹਰੋਂ ਇਹ ਲੜਾਈ ਲੱਗਦੀ ਹੈ, ਇਹ ਲੜਾਈ ਤਾਂ ਇੱਕ ਤਰ੍ਹਾਂ ਇਹ ਹੈ ਵੀ ਕਿਸੇ ਮੁਲਕ 'ਤੇ ਕਬਜ਼ਾ ਹੋਇਆ ਉਸ ਮੁਲਕ ਦੇ ਲੋਕ ਵਾਰ-ਵਾਰ ਕੁਛ ਉਹ ਤਾਂ ਸਦਾ ਹੀ ਬਗਾਵਤ ਹੈ ਉੱਥੇ। ਵੈਸੇ ਤਾਂ ਫਲਸਤੀਨੀ ਲੋਕਾਂ ਦੀ ਨਾਬਰੀ ਦੀਆਂ ਬਹੁਤ ਵੱਡੀਆਂ ਕਹਾਣੀਆਂ, ਬਹੁਤ ਵੱਡਾ ਇਹਦਾ ਇਤਿਹਾਸ ਹੈ ਦੁਨੀਆ ਦੇ ਅੰਦਰ। ਜਿਹਦੀ ਕਿਸੇ ਨੇ ਰਿਪੋਰਟਿੰਗ ਪੜ੍ਹਨੀ ਹੋਵੇ ਵੀ ਉੱਥੇ ਲੋਕ ਕਿਵੇਂ, ਬਹੁਤ ਵੱਡੀਆਂ ਫੋਟੋ ਮਸ਼ਹੂਰ ਹੈ ਵੀ ਛੋਟੇ ਛੋਟੇ ਬੱਚੇ ਗਲੇਲਾਂ ਲੈ ਕੇ ਇਜ਼ਰਾਈਲੀ ਫੌਜੀਆਂ ਦੇ ਟੈਂਕਾਂ 'ਤੇ ਮਾਰਦੇ ਆ, ਉਹਨਾਂ ਦਾ ਸਾਹਮਣਾ ਕਰਦੇ ਆ, ਨੰਗੇ ਧੜ ਆਉਂਦੇ ਆ। ਇਜ਼ਰਾਈਲੀ ਜਿਹੜੀ ਉਹ ਜਿੱਥੇ ਉਹਨਾਂ ਨੇ ਕੰਧ ਜੀ ਬਣਾਈ ਹੋਈ ਹੈ ਉੱਥੇ ਆ ਕੇ ਉਹਨਾਂ ਦੇ ਖਿਲਾਫ ਬੋਲਦੇ ਆ, ਨਾਅਰੇਬਾਜ਼ੀ ਕਰਦੇ ਆ, ਨੰਗੇ ਧੜ, ਅਤੇ ਉਹ ਗੋਲੀਆਂ ਮਾਰਦੇ ਆ, ਸ਼ਹੀਦ ਹੁੰਦੇ ਆ। ਇਹ ਉੱਥੇ ਇੱਕ ਆਮ ਗੱਲ ਹੈ, ਜਾਣੀ ਨਾਬਰੀ ਦਾ ਸਿਖਰ ਹੈ ਜਿਹੜਾ ਇਸ ਵੇਲੇ ਫਲਸਤੀਨ ਦੇ ਅੰਦਰ ਵੀ ਕੋਈ ਲੋਕ ਕਿਵੇਂ ਨਾਬਰੀ ਦਿਖਾਉਂਦੇ ਅਤੇ ਕਿਵੇਂ ਲੜਦੇ ਆ। ਆਮ ਲੋਕ ਉਹਨਾਂ ਦੀਆਂ ਦੇਖੋ ਆਪਦੀਆਂ ਜਥੇਬੰਦੀਆਂ, ਉਹਦੇ 'ਚ ਕੁਛ ਜਥੇਬੰਦੀਆਂ ਫਲਸਤੀਨ ਵਾਲੀਆਂ ਜਿਵੇਂ ਹੁੰਦਾ ਹੀ ਹੈ ਵੀ ਲੀਡਰਸ਼ਿਪਾਂ ਬੈਕ ਬੁੱਕ ਜਾਂਦੀਆਂ, ਕੁਛ ਜਥੇਬੰਦੀਆਂ ਹਾਲੇ ਵੀ ਖੜੀਆਂ, ਉਹ ਇਜ਼ਰਾਈਲੀਆਂ ਦੇ ਉੱਤੇ ਹਮਲੇ ਕਰਦੇ ਰਹਿੰਦੇ ਆ। ਉਹ ਹਮਲੇ ਇਹੋ ਜਿਹੇ ਹੀ ਹੈ ਵੀ ਜਿਵੇਂ ਅਮਰੀਕੀ ਸ਼ਹਿ ਪ੍ਰਾਪਤ ਕਿਸੇ ਵੱਡੇ ਮੁਲਕ ਦੇ ਉੱਤੇ ਕੋਈ ਗਲੇਲਾਂ ਨਾਲ ਹਮਲਾ ਕਰੇ, ਕੋਈ ਮਾੜੇ ਟੈਂਕ ਨਾਲ। ਹੁਣ ਕਹਿੰਦੇ ਵੀ ਫਲਸਤੀਨ ਨੇ ਰਾਕਟ ਦਾ ਅੱਗੇ, ਉਹ ਰਾਕਟ ਬਹੁਤ ਨਗੂਣਾ ਜਿਹਾ, ਜਿਵੇਂ ਕਿਸੇ ਵੱਡੇ ਦਿਓ ਦੇ ਕੋਈ ਛੋਟਾ ਜਿਹਾ ਬੰਦਾ ਕੋਈ ਸੋਟੀ ਮਾਰਦੇ, ਉਹਨਾਂ ਵਾਸਤੇ ਉੱਥੇ ਰਾਕਟ ਇਹੋ ਜਿਹੀ ਗੱਲ ਹੀ ਹੈ। ਬਹਾਨਾ ਇਜ਼ਰਾਈਲ ਇਹ ਬਣਾਉਂਦਾ ਵੀ ਸਾਡੇ 'ਤੇ ਫਲਸਤੀਨ ਵਾਲੇ ਹਮਲਾ ਕਰਦੇ, ਸਾਨੂੰ ਉਹ ਤੋਂ ਖਤਰਾ, ਅਸੀਂ ਆਪਦੇ ਫਿਰ ਮੁਲਕ ਦੇ ਨਾਗਰਿਕਾਂ ਦੀ ਰੱਖਿਆ ਵਾਸਤੇ ਤਾਂ ਕਰਨਾ। ਨਾਗਰਿਕਾਂ ਦੀ ਰੱਖਿਆ ਵਾਸਤੇ ਨਹੀਂ ਇਜ਼ਰਾਈਲ ਕਰਦਾ, ਇਜ਼ਰਾਈਲ ਕਰਦਾ ਹੈ ਫਲਸਤੀਨੀਆਂ ਨੂੰ ਪੱਧਰ ਕਰਕੇ ਰੱਖਣ ਵਾਸਤੇ। ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਬਾਸੋਂ ਵਾਲੀ ਆਬਾਦੀ ਹੈ, ਮਤਲਬ ਜਿਹੜੀ ਸਿਵਲੀਅਨ ਆਬਾਦੀ ਜਿਹਨੂੰ ਕਹਿ ਦਿੰਦੇ, ਉਹਨਾਂ ਦੇ ਲੜਾਕੇ ਜਿਹੜੇ ਮਿਲੀਟੈਂਟ ਆ, ਉਹਨਾਂ ਤੋਂ ਬਿਨਾਂ ਵੀ ਉਸ ਆਬਾਦੀ ਦੇ ਉੱਤੇ ਸਿੱਧੇ ਹਮਲੇ ਕੀਤੇ ਜਾਂਦੇ ਆ, ਬਿਲਡਿੰਗਾਂ ਢਾਈਆਂ ਜਾਂਦੀਆਂ, ਬੱਚੇ ਮਰਦੇ ਆ ਉੱਥੇ। ਅਤੇ ਇਹਦੀਆਂ ਬਹੁਤ ਦਰਦਨਾਕ ਤਸਵੀਰਾਂ ਅਤੇ ਵੀਡੀਓ ਦੁਨੀਆ ਦੇ ਅੰਦਰ ਚੱਲਦੀਆਂ, ਅਤੇ ਦੁਨੀਆ ਭਰ ਦੇ ਜਿਹੜੇ ਲੋਕ ਆ, ਉਹ ਜਿਹੜੇ ਹੱਕੀ ਗੱਲ ਕਰਨ ਵਾਲੇ ਲੋਕ ਆ, ਜਿਹੜੇ ਜਮਹੂਰੀ ਲੋਕ ਆ, ਜਿਹੜੇ ਇਹ ਸਮਝਦੇ ਆ ਵੀ ਉਸ ਮੁਲਕ ਦੇ, ਦੇਖੋ ਇਹਦੇ 'ਚ ਦੋ ਗੱਲਾਂ ਸ਼ਾਮਲ ਆ। ਇੱਕ ਗੱਲ ਤਾਂ ਇਹ ਵੀ ਕੋਈ ਮੁਲਕ ਦੇ ਲੋਕਾਂ ਦੀ ਤੁਸੀਂ ਜ਼ਮੀਨ 'ਤੇ ਕਬਜ਼ਾ ਕਰ ਲਿਆ ਧੱਕੇ ਨਾਲ, ਹਰ ਦੁਨੀਆ ਦਾ ਦਰਦਮੰਦੀ, ਹਰ ਜਿਹੜਾ ਜਿਉਂਦੀ ਜਾਗਦੀ ਜ਼ਮੀਰ ਵਾਲਾ ਉਹ ਹਾਂ ਦਾ ਨਾਅਰਾ ਮਾਰੂਗਾ ਵੀ ਫਲਸਤੀਨੀਆਂ ਨਾਲ ਧੱਕਾ ਹੋ ਰਿਹਾ, ਇਜ਼ਰਾਈਲ ਗਲਤ, ਅਮਰੀਕਾ ਦੀ ਸ਼ਹਿ 'ਤੇ ਕਰ ਰਿਹਾ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਉਸ ਤੋਂ ਅੱਗੇ ਕੌਣ ਕਰ ਰਿਹਾ? ਜਿਹੜਾ ਕਰ ਰਿਹਾ ਉਹਦਾ ਇੰਟਰਸਟ ਕੀ ਆ? ਉਹਦਾ ਲਟੇਰਾ ਇੰਟਰਸਟ ਹੈ, ਉਹਦਾ ਦੁਨੀਆ 'ਤੇ ਰਾਜ ਕਰਨਾ ਉਹਨੇ। ਇਸ ਵੇਲੇ ਉਹ ਕਦੇ ਅਫਗਾਨਿਸਤਾਨ 'ਤੇ ਹਮਲਾ ਕਰਦਾ, ਕਦੇ ਉਹ ਇਰਾਕ 'ਤੇ ਹਮਲਾ ਕਰਦਾ ਅਮਰੀਕਾ, ਕਦੇ ਉਹ ਵੀਅਤਨਾਮ 'ਤੇ ਹਮਲਾ ਕਰਦਾ। ਉਹਨੇ ਕਿਹੜੇ ਮੁਲਕ 'ਤੇ ਜਿੱਥੇ ਉਹਨੇ ਆਪਦੀਆਂ ਫੌਜੀ ਉਹ ਟੁਕੜੀਆਂ ਨਹੀਂ ਬਿਠਾਈਆਂ ਹੋਈਆਂ। ਇਹ ਜਾਣੀ ਇਸ ਹਾਲਤ ਦੇ ਵਿੱਚ ਤੇਲ ਦੇ ਖੂਹਾਂ 'ਤੇ ਕਬਜ਼ਾ ਕਰਕੇ ਤੇਲ ਰਾਹੀਂ ਵਪਾਰ 'ਤੇ ਉਹ ਸਾਰੀ ਦੁਨੀਆ 'ਤੇ ਰਾਜ ਕਰਨਾ ਚਾਹੁੰਦਾ। ਇਸ ਆਪਦੇ ਰਾਜ ਕਰਨ ਦੇ ਆਪਦੇ ਲਟੇਰੇ ਅਤੇ ਖੂਨੀ ਪੰਜੇ ਦੁਨੀਆ ਭਰ 'ਚ ਫੈਲਾਉਣ ਵਾਸਤੇ ਅਮਰੀਕੀ ਸਾਮਰਾਜ ਇਜ਼ਰਾਈਲ ਦੀ ਸਟੇਟ ਰਾਹੀਂ ਫਲਸਤੀਨੀਆਂ 'ਤੇ ਜ਼ੁਲਮ ਕਰ ਰਿਹਾ, ਅਤੇ ਇਜ਼ਰਾਈਲ ਉਹਦਾ ਪਾਲਤੂ ਹੈ। ਅਤੇ ਉਹ ਇਕੱਲੇ ਫਲਸਤੀਨ ਨੂੰ ਨਹੀਂ, ਫਲਸਤੀਨ 'ਤੇ ਤਾਂ ਸਿੱਧਾ ਟਾਕਰਾ ਹੁੰਦਾ, ਉਹ ਉੱਥੋਂ ਦੇ ਆਲੇ ਦੁਆਲੇ ਦੇ ਸਾਰੇ ਮੁਲਕਾਂ ਨੂੰ ਅੱਖਾਂ ਦਿਖਾਉਂਦਾ। ਆਹ ਲਬਨਾਨ ਹੈ, ਦੂਜੇ ਮੁਲਕ ਹੈ, ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਬਣੀਆਂ ਹੋਈਆਂ ਜਿਹੜੀਆਂ ਲੋਕਾਂ ਦੀਆਂ ਇਜ਼ਰਾਈਲ ਦੇ ਖਿਲਾਫ ਭਿੜਦੀਆਂ, ਅਤੇ ਉਹਨਾਂ 'ਤੇ ਇਜ਼ਰਾਈਲ ਹੈ ਜਿਹੜਾ ਉਹ ਐਲਾਨੀਆਂ ਹਮਲੇ ਕਰਦਾ। ਸੋ ਫਲਸਤੀਨ ਦਾ ਅਤੇ ਇਜ਼ਰਾਈਲ ਦਾ ਜੰਗ ਨਾਲੋਂ ਵੱਧ ਇੱਕ ਦੱਬੇ ਹੋਏ ਮੁਲਕ ਦੇ ਲੋਕਾਂ ਦੀ ਨਾਬਰੀ ਹੈ ਆਪਦੀ ਧਰਤੀ ਛਡਾਉਣ ਵਾਸਤੇ। ਇੱਕ ਇਹੋ ਜਿਹੇ ਲਟੇਰੇ ਖੁੰਖਾਰ ਧੱਕੜ ਮੁਲਕ ਨਾਲ ਉਹਨਾਂ ਦੀ ਇੱਕ ਜੱਦੋ-ਜਹਿਦ ਹੈ, ਅਤੇ ਇਹ ਜੱਦੋ-ਜਹਿਦ ਦੁਨੀਆ ਭਰ ਦੇ ਜਿਹੜੇ ਲੋਕ ਆ ਉਸ ਜੱਦੋ-ਜਹਿਦ ਦੀ, ਫਲਸਤੀਨ ਦੀ ਹਮਾਇਤ ਕਰਦੇ ਆ।
ਇਹਦੇ ਨਾਲ ਭਾਰਤ ਦੀ ਜੇ ਅਸੀਂ ਗੱਲ ਕਰੀਏ, ਭਾਰਤ ਦੇ ਨਾਲ ਕੀ ਸਰਕਾਰ ਆ, ਕੀ ਸੰਬੰਧ ਹੈ ਭਾਰਤ ਦਾ ਇਸ ਹਮਲੇ ਨਾਲ, ਜੇ ਅਸੀਂ ਕਿ ਹੈ ਵੀ ਜਾਂ ਨਹੀਂ? ਦੇਖੋ, ਭਾਰਤ ਦੇ ਲੋਕਾਂ ਦਾ ਇਹਦੇ ਨਾਲ ਸਰੋਕਾਰ ਇੱਕ ਤਾਂ ਜਿਹੜਾ ਮੈਂ ਪਹਿਲਾਂ ਕਿਹਾ ਵੀ ਜਿਹੜੇ ਵੀ ਇਸ ਦੁਨੀਆ ਦੇ ਕਿਸੇ ਕੋਨੇ 'ਚ ਵਸਦੇ ਜਮਹੂਰੀ ਇਨਸਾਫ ਪਸੰਦ ਲੋਕ ਹੈ, ਉਹਨਾਂ ਸਭ ਦਾ ਫਲਸਤੀਨੀ ਲੋਕਾਂ ਨਾਲ ਸਰੋਕਾਰ ਬਣਦਾ ਹੈ। ਭਾਰਤ ਦੇ ਲੋਕਾਂ ਦਾ ਸਰੋਕਾਰ ਇਸ ਕਰਕੇ ਵੀ ਬਣਦਾ ਕਿਉਂਕਿ ਜਿਹੜੇ ਫਲਸਤੀਨ ਜਿਹੜੇ ਆਪਣੇ ਇਜ਼ਰਾਈਲ ਦੇ ਨਾਲ ਫਲਸਤੀਨੀ ਲੋਕ ਲੜ ਰਹੇ ਹੈ, ਅਤੇ ਉਦੋਂ ਗਾਹਾਂ ਫਲਸਤੀਨੀ ਲੋਕਾਂ ਦੀ ਲੜਾਈ ਇਜ਼ਰਾਈਲ ਜ਼ਰੀਏ ਅਮਰੀਕਾ ਦੇ ਨਾਲ ਹੈ, ਅਤੇ ਅਮਰੀਕੀ ਸਾਮਰਾਜ ਨਾਲ ਸਾਡੇ ਮੁਲਕ ਦੇ ਲੋਕਾਂ ਦੀ ਲੜਾਈ ਵੀ ਹੈ। ਇਸ ਕਰਕੇ ਭਾਰਤ ਦੇ ਲੋਕਾਂ ਦੀ, ਦੁਨੀਆ ਦੇ ਉਹਨਾਂ ਸਾਰੇ ਮੁਲਕਾਂ ਦੇ ਲੋਕਾਂ ਦੀ ਜਿਹੜੇ ਵੀ ਸਾਮਰਾਜ ਦੀ ਲੁੱਟ ਤੋਂ ਸਤਾਏ ਹੋਏ ਹੈ, ਸਾਮਰਾਜ ਨੇ ਦੱਬੇ ਕੁਚਲੇ ਹੋਏ ਹੈ, ਜਿਵੇਂ ਸਿੱਧਾ ਜਿਹਾ ਹੀ ਮਸਲਾ ਹੈ, ਹੁਣ ਖੇਤੀ ਕਾਨੂੰਨ ਆਏ ਹੈ, ਖੇਤੀ ਕਾਨੂੰਨਾਂ ਖਿਲਾਫ ਸਾਡੀ ਲੜਾਈ ਦੇਖਣ ਨੂੰ ਲੱਗਦਾ ਇਹ ਮੋਦੀ ਖਿਲਾਫ ਅਤੇ ਅਮਾਨੀ ਅਡਾਨੀ ਖਿਲਾਫ ਹੈ। ਇਦੋਂ ਗਾਹਾਂ ਇਹਨਾਂ ਦੇ ਵੱਡੇ ਆਕਾ ਤਾਂ ਅਮਰੀਕਾ ਅਤੇ ਦੂਜੇ ਸਾਮਰਾਜੀ ਮੁਲਕ ਹੈ, ਸਾਡੀ ਲੜਾਈ ਉਹਨਾਂ ਨਾਲ ਹੈ। ਉਹ ਸਾਡੇ ਮੁਲਕ ਦੀਆਂ ਨਾ ਸਿਰਫ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ, ਉਹ ਸਾਡੇ ਮੁਲਕ ਦੀਆਂ ਖਾਣਾਂ 'ਤੇ ਕਬਜ਼ਾ ਕਰ ਰਹੇ ਆ, ਸਾਡੇ ਮੁਲਕ ਦੇ ਹਰ ਹਵਾ, ਆਬੋ ਪਾਣੀ, ਹਰ ਚੀਜ਼ 'ਤੇ ਕਬਜ਼ਾ ਕਰ ਰਹੇ। ਸਾਡੀ ਉਹਨਾਂ ਨਾਲ ਲੜਾਈ ਹੈ, ਪਾਕਿਸਤਾਨ ਦੇ ਕਿਰਤੀ ਲੋਕਾਂ ਦੀ ਸਾਮਰਾਜ ਨਾਲ ਲੜਾਈ ਹੈ, ਬੰਗਲਾਦੇਸ਼ ਵਾਲਿਆਂ ਦੀ ਲੜਾਈ ਹੈ, ਸਾਰੇ ਸਾਊਥ ਏਸ਼ੀਆ ਵਾਲਿਆਂ ਦੀ ਹੈ, ਜਿਹੜੇ ਪਛੜੇ ਮੁਲਕ ਹੈ ਸਾਰਿਆਂ ਦੀ ਸਾਮਰਾਜ ਨਾਲ ਲੜਾਈ ਹੈ। ਅਤੇ ਇਸ ਕਰਕੇ ਸਾਮਰਾਜੀ ਜਦੋਂ ਉੱਥੇ ਕੁਛ ਕਰਦੇ ਆ, ਅਰਬ ਦੇ ਲੋਕਾਂ ਨੂੰ ਦਬਾਉਂਦੇ, ਅਸੀਂ ਉਹਦਾ ਵੀ ਜਿਹੜੇ ਸਾਡੇ ਮੁਲਕ ਦੇ ਕਿਰਤੀ ਲੋਕ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ। ਇਸ ਕਰਕੇ ਭਾਰਤ ਦੇ ਲੋਕਾਂ ਦਾ ਇੱਕ ਤਾਂ ਜਮਹੂਰੀ ਜਾਣੀ ਚੇਤਨਾ ਦੇ ਤੌਰ 'ਤੇ ਜਮਹੂਰੀ ਵਿਅਕਤੀਆਂ ਵਜੋਂ, ਲੋਕਾਂ ਵਜੋਂ ਸਰੋਕਾਰ ਬਣਦਾ। ਇਸ ਕਰਕੇ ਉਦੋਂ ਵੱਧ ਬਣਦਾ ਵੀ ਜਿਹੜੇ ਸਾਮਰਾਜ ਨਾਲ ਫਲਸਤੀਨੀ ਲੜ ਰਹੇ ਆ, ਉਸੇ ਸਾਮਰਾਜ ਨਾਲ ਸਾਡੀ ਲੜਾਈ ਹੈ। ਅਮਰੀਕਾ ਸਾਡਾ ਇਸ ਵੇਲੇ ਦੁਨੀਆ ਭਰ ਦੇ ਕਿਰਤੀ ਲੋਕਾਂ ਦਾ ਸਾਂਝਾ ਦੁਸ਼ਮਣ ਹੈ, ਅਤੇ ਇਸ ਕਰਕੇ ਭਾਰਤ ਦੇ ਲੋਕਾਂ ਨੂੰ ਫਲਸਤੀਨ ਵਾਲੇ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ, ਉਹਨਾਂ ਨਾਲ ਸਰੋਕਾਰ ਉਹਨਾਂ ਦਾ ਸਿੱਧੇ ਤੌਰ ਤੇ ਬਣਦਾ। ਇਸ ਕਰਕੇ ਅੱਛਾ, ਮੈਂ ਇਹਦੇ 'ਚ ਅਗਲੀ ਗੱਲ, ਇਹ ਜਿਹੜੀ ਮੋਦੀ ਹੁਕੂਮਤ ਹੈ, ਕਿਸੇ ਜ਼ਮਾਨੇ 'ਚ ਜਾਣੀ ਐਂ ਕਹ ਲਓ ਵੀ 60ਵਿਆਂ 70ਵਿਆਂ 'ਚ ਜਾਂ ਉਦੋਂ ਬਾਅਦ ਆਹ ਨਵੀਂ ਸਦੀ ਤੱਕ ਭਾਰਤ ਦੇ ਹਾਕਮਾਂ ਦੀ ਅੱਡ ਗਿਣਤੀਆਂ ਕਰਕੇ ਕੁਛ ਉਹਨਾਂ ਨੇ ਆਪਦਾ ਜਿਹੜਾ ਉਹ ਪੋਸਚਰ ਬਾਹਰੋਂ ਬੁਰਕਾ ਉਹ ਪਾ ਕੇ ਰੱਖਣਾ ਸੀ, ਉਦੋਂ ਇਹ ਗੁੱਟ ਨਿਰਲੇਪ ਨੀਤੀ 'ਚ ਹੁੰਦੇ ਸੀ। ਉਦੋਂ ਸਾਮਰਾਜੀ ਇੰਨੀ ਸਿੱਧਾ ਹਮਲਾ ਜਿਹੜਾ ਜਿੰਨਾ 90-91 ਤੋਂ ਬਾਅਦ ਤੇਜ਼ ਹੋ ਗਿਆ, ਉਹਨਾਂ ਦੇ ਸੰਕਟ, ਆਰਥਿਕ ਸੰਕਟ ਵੱਧ ਗਏ, ਇੰਨਾ ਸਿੱਧਾ ਨਹੀਂ ਸੀ ਹੁੰਦਾ। ਇਹਨਾਂ ਉਸ ਸਮਿਆਂ ਦੇ ਵਿੱਚ ਭਾਰਤ ਦੀ ਵੈਸੇ ਅਧਿਕਾਰਤ ਤੌਰ 'ਤੇ ਪੋਜੀਸ਼ਨ ਰਹੀ ਆ, ਫਲਸਤੀਨੀ ਕਾਜ ਦੀ ਹਮਾਇਤ ਕਰਦੇ ਰਹੇ ਆ, ਨਹਿਰੂ ਹੋਰੀ ਵੀ, ਉਦੋਂ ਬਾਅਦ ਵਾਲੇ ਇੰਦਰਾ ਗਾਂਧੀ ਹੋਰੀ, ਆਹ ਨਰਸਿਮਹਾ ਰਾਓ ਹੋਰਾਂ ਤੱਕ। ਹੌਲੀ ਹੌਲੀ ਕਿਉਂਕਿ ਇੱਕ ਵੱਡਾ ਮਸਲਾ ਬਹੁਤ ਵੀ ਭਾਰਤ ਹੈ ਜਿਹੜਾ ਉਹ ਅਮਰੀਕਾ ਦੇ, ਜਿਵੇਂ ਉੱਧਰ ਇਜ਼ਰਾਈਲ ਨੂੰ ਅਮਰੀਕਾ ਨੇ ਅਰਬ ਦੇ ਵਿੱਚ ਬਣਾਇਆ ਹੋਇਆ ਨਾ ਆਪਦਾ ਪਾਲਤੂ ਮੁਲਕ, ਹੁਣ ਅਮਰੀਕੀ ਸਾਮਰਾਜੀਏ ਭਾਰਤ ਨੂੰ ਇਸ ਖਿੱਤੇ ਦੇ ਵਿੱਚ, ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਉਹੋ ਜਿਹਾ ਇੱਕ ਪਾਲਤੂ ਮੁਲਕ ਬਣਾਉਣਾ ਚਾਹੁੰਦੇ ਆ, ਜਿਹਦੇ ਕੋਲ ਆਪਦੀ ਵੱਡੀ ਫੌਜ ਹੈ, ਜਿਹਨੂੰ ਅਮਰੀਕਾ ਹਥਿਆਰ ਸਪਲਾਈ ਕਰੇ, ਇਹ ਅਮਰੀਕਾ ਤੋਂ ਖਰੀਦਣ ਅਤੇ ਆਲੇ ਦੁਆਲੇ ਦੇ ਸਾਰੇ ਮੁਲਕਾਂ 'ਤੇ ਕਬਜ਼ਾ ਕਰਨ ਵਾਸਤੇ ਜਿਹੜੇ ਇਸ ਖਿੱਤੇ ਦੇ ਵਿੱਚ, ਜਾਂ ਉਹਨਾਂ ਨੂੰ ਅੱਖਾਂ ਦਿਖਾਉਣੀਆਂ, ਉੱਥੋਂ ਜੰਗੀ ਅੱਡੇ ਬਣਾਉਣੇ, ਇਸ ਕੰਮ ਵਜੋਂ ਇਹ ਭਾਰਤ ਨੂੰ ਵਰਤਣਾ ਚਾਹੁੰਦੇ ਆ। ਅਤੇ ਮੋਦੀ ਹਕੂਮਤ ਪਿਛਲੀਆਂ ਸਾਰੀਆਂ ਹਕੂਮਤਾਂ ਨਾਲੋਂ ਅਮਰੀਕਾ ਨੂੰ, ਜਿਹਨੂੰ ਕਹਿੰਦੇ ਵੀ ਅਮਰੀਕਾ ਨਾਲ ਸਹਿਯੋਗ, ਟਰੰਪ ਨਾਲ ਯਾਰੀ, ਅਮਰੀਕਾ ਨਾਲ ਨੇੜਤਾ, ਉਹਦਾ ਅਰਥ ਕੀ ਹੈ? ਉਹਦਾ ਅਰਥ ਇਹ ਹੈ ਵੀ ਭਾਰਤ ਦੀ ਧਰਤੀ, ਅਮਰੀਕੀ ਜਿਹੜੇ ਸਾਮਰਾਜੀ ਜੰਗੀ ਮਨਸੂਬੇ ਆ, ਨਾਪਾਕ ਮਨਸੂਬੇ ਆ ਉਹਨਾਂ ਦੇ, ਜਿਹਦੇ ਸਿਰ 'ਤੇ ਉਹਨੇ ਇਸ ਸਾਰੇ ਖਿੱਤੇ ਦੇ ਲੋਕਾਂ ਨੂੰ ਲੁੱਟਣਾ, ਉਹਦੇ ਵਾਸਤੇ ਭਾਰਤ ਦੀ ਧਰਤੀ ਉਹ ਮੁਹੱਈਆ ਕਰਾ ਰਹੇ ਆ। ਜਿਵੇਂ ਇਜ਼ਰਾਈਲ ਬਣ ਰਿਹਾ, ਭਾਰਤ ਵੀ ਇਸ ਖਿੱਤੇ ਦੇ ਵਿੱਚ ਅਗਲਾ ਇਜ਼ਰਾਈਲ ਬਣਨ ਨੂੰ ਫਿਰਦਾ। ਇਸ ਕਰਕੇ ਹੁਣ ਇਹਨਾਂ ਨੇ ਉਹ ਗੱਲਾਂ ਕਰਨੀਆਂ ਛੱਡਤੀਆਂ ਜਿਹੜੀਆਂ ਫਲਸਤੀਨ ਵਾਲੀਆਂ, ਉਹਨਾਂ ਦੀ ਹਮਾਇਤ ਦੀਆਂ, ਜਾਂ ਜਿਹੜੀਆਂ ਪਹਿਲਾਂ ਕਰਦੇ ਸੀ। ਅਤੇ ਜਦੋਂ ਹੁਣ ਭਾਰਤ ਦੇ ਲੋਕ ਜਿੱਥੋਂ ਵੀ ਕਿਤੇ ਆਵਾਜ਼ ਉੱਠਦੀ ਹੈ, ਹੁਣ ਕਸ਼ਮੀਰ ਦੇ ਲੋਕਾਂ ਨੇ ਆਵਾਜ਼ ਉਠਾਈ, ਮੁੰਡੇ ਨੇ ਪੇਂਟਿੰਗ ਬਣਾਤੀਆਂ ਇਜ਼ਰਾਈਲ ਵਾਲੀ, ਜਿਹੜੀ ਉਹਦੀ ਹਮਾਇਤ ਦੇ ਵਿੱਚ, ਆਪਣੇ ਫਲਸਤੀਨੀ ਲੋਕਾਂ ਦੀ ਹਮਾਇਤ ਦੇ ਵਿੱਚ, ਇਜ਼ਰਾਈਲ ਦੇ ਵਿਰੋਧ 'ਚ ਕਸ਼ਮੀਰ ਦੇ ਅੰਦਰ ਪੇਂਟਿੰਗ ਬਣਾਈ, ਉੱਥੇ ਚੱਕ ਕੇ ਉਹਦੇ 'ਤੇ ਕੇਸ ਦਰਜ ਕਰਤਾ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ। ਇਹੀ ਕੁਛ ਜਿੱਥੇ ਕਿਤੇ ਹੋਰ ਕੋਈ ਆਵਾਜ਼ ਉਠਾਊਗਾ, ਪਹਿਲਾਂ ਇਹ ਗੱਲ ਬਹੁਤ ਸੁਭਾਵਿਕ ਸੀ, ਭਾਰਤ ਦੇ ਅੰਦਰ ਫਲਸਤੀਨੀ ਲੋਕਾਂ ਦੀ ਹਮਾਇਤ ਦੇ ਅੰਦਰ ਮੁਜ਼ਾਹਰੇ ਹੁੰਦੇ ਸੀ। ਉਹ ਇਹ ਆਪ ਕੀ ਕਰਦੇ ਆ, ਜਿਵੇਂ ਉਹਨਾਂ ਨੇ ਫਲਸਤੀਨ ਨੂੰ ਦੱਬਿਆ ਹੋਇਆ, ਇਹਨਾਂ ਨੇ ਆਪ ਕਸ਼ਮੀਰ ਨੂੰ ਉਸੇ ਤਰ੍ਹਾਂ ਇੱਥੇ ਦੱਬਿਆ ਹੋਇਆ, ਕਸ਼ਮੀਰ ਦੇ ਉੱਤੇ ਉਹੋ ਜਿਹਾ ਹੀ ਕਬਜ਼ਾ ਜਮਾਇਆ ਹੋਇਆ, ਜਿਹੋ ਜਿਹਾ ਕੁਛ ਉਹ ਕਰਦਾ ਇਜ਼ਰਾਈਲ ਕਰਦਾ, ਉਵੇਂ ਭਾਰਤ ਇੱਥੇ ਕਰ ਰਿਹਾ। ਅਤੇ ਇਦੋਂ ਗਾਂਹ ਮਨਸੂਬੇ ਆਲੇ ਦੁਆਲੇ ਦੇ ਹੋਰ ਜਿਹੜੇ ਛੋਟੇ ਛੋਟੇ ਇਲਾਕੇ ਉਹ ਦੱਬਣੇ ਆ, ਅਮਰੀਕੀ ਸ਼ਹਿਰ 'ਤੇ ਦੱਬਣੇ ਆ। ਇਸ ਕਰਕੇ ਇਹਨਾਂ ਨੂੰ ਇਹ ਬਾਰਾ ਨਹੀਂ ਖਾਂਦਾ ਵੀ ਭਾਰਤ ਦੇ ਅੰਦਰੋਂ ਫਲਸਤੀਨੀ ਲੋਕਾਂ ਦੀ ਹਮਾਇਤ ਦੇ ਵਿੱਚ ਕੋਈ ਵੀ ਆਵਾਜ਼ ਉੱਠੇ। ਇਹ ਜਿਹੜੀ ਵੀ ਆਵਾਜ਼ ਉੱਠੂਗੀ ਉਹ ਉਹਨਾਂ ਦੇ ਹਿਸਾਬ ਨਾਲ ਭਾਰਤ ਦੇ, ਸਾਡੇ ਸਟੇਟ ਦੇ ਖਿਲਾਫ ਆ, ਉਹ ਅਮਰੀਕਾ ਦੇ ਖਿਲਾਫ ਆ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਭਾਰਤ ਦੇ ਲੋਕਾਂ ਨੂੰ ਫਲਸਤੀਨੀ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਦੁਨੀਆ ਦੇ ਕੁੱਲ ਜੂਝ ਦੇ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਅਤੇ ਅਮਰੀਕੀ ਸਾਮਰਾਜ ਦੇ ਖਿਲਾਫ ਜਿਹੜੀਆਂ ਆਪਦੀਆਂ ਜੱਦੋ-ਜਹਿਦਾਂ, ਜਿਹੜੀਆਂ ਉਹਨਾਂ ਦੀਆਂ ਅੱਜ ਆਪਦੇ ਮੁੱਦਿਆਂ 'ਤੇ ਵੀ ਆਖਰਕਾਰ ਉਹ ਸਾਮਰਾਜ ਨਾਲ ਜੁੜਦੀਆਂ, ਉਹਨਾਂ ਦੇ ਖਿਲਾਫ ਉਹ ਜੱਦੋ-ਜਹਿਦਾਂ ਸੇਧਤ ਕੀਤੀਆਂ ਜਾਣੀਆਂ ਚਾਹੀਦੀਆਂ। ਬਹੁਤ ਬਹੁਤ ਧੰਨਵਾਦ ਜੀ।
ਤਾਂ ਇਹ ਸਨ ਪਵੇਲ ਕੁੱਸਾ ਜੋ ਕਿ ਸੁਰਖਲੀ ਦੇ ਸੰਪਾਦਕ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਬੜਾ ਇਹ ਮੁੱਦਾ ਸਾਡੇ ਬਣਿਆ ਹੋਇਆ ਸੀ ਕਿ ਲੜਾਈ ਦਾ ਕਾਰਨ ਕੀ, ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਕਦੋਂ ਤੋਂ ਇਹ ਲੜਾਈ ਸ਼ੁਰੂ ਹੋਈ ਹੈ, ਕਿਸ ਤਰੀਕੇ ਦੇ ਨਾਲ ਬਾਹਰੋਂ ਆਏ ਲੋਕਾਂ ਨੇ ਉੱਥੋਂ ਦੇ ਲੋਕਾਂ ਨੂੰ ਦਬਾ ਕੇ ਉਸ 'ਤੇ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ ਅਮਰੀਕਾ ਦੀ ਸ਼ਹਿ 'ਤੇ ਲਗਾਤਾਰ ਉਹਨਾਂ ਨੂੰ ਦਬਾਉਣਾ ਜਾਰੀ ਹੈ। ਤਾਂ ਹੁਣ ਕਿਸ ਤਰੀਕੇ ਦੇ ਨਾਲ ਅਮਰੀਕਾ ਇਜ਼ਰਾਈਲ ਨੂੰ ਆਪਣਾ ਇੱਕ ਕੇਂਦਰ ਬਣਾ ਕੇ ਅਰਬ ਦੇਸ਼ਾਂ ਦੇ ਉੱਤੇ ਲਗਾਤਾਰ ਹਮਲੇ ਕਰ ਰਿਹਾ ਤੇ ਕਬਜ਼ੇ ਕਰਨਾ ਚਾਹੁੰਦਾ। ਨਾਲ ਹੀ ਉਹਨਾਂ ਤੁਸੀਂ ਭਾਰਤ ਬਾਰੇ ਪੁੱਛਿਆ ਕਿ ਭਾਰਤ ਦਾ ਇਹਦੇ ਨਾਲ ਕੀ ਸਰੋਕਾਰ ਹੈ, ਤਾਂ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜਿਵੇਂ ਸਾਮਰਾਜੀ ਮੁਲਕਾਂ ਦੀ ਹੁਣ ਇਸ ਵਕਤ ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਦੇਸ਼ ਭਾਰਤ ਨੂੰ ਉਹ ਮੰਨ ਕੇ ਤੇ ਇੱਥੋਂ ਹੀ ਬਾਕੀ ਦੇਸ਼ਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਅਮਰੀਕਾ, ਤਾਂ ਭਾਰਤ ਹੁਣ ਉਹਨਾਂ ਦਾ ਮੋਹਰਾ ਬਣ ਕੇ ਇੱਥੇ ਚੱਲ ਰਿਹਾ। ਜਿਵੇਂ ਇਜ਼ਰਾਈਲ ਉੱਥੇ ਅਰਬ ਦੇ ਵਿੱਚ, ਤਾਂ ਭਾਰਤ ਸਾਊਥ ਏਸ਼ੀਆ ਦੇ ਵਿੱਚ ਉਹ ਕੰਮ ਕਰਨ ਜਾ ਰਿਹਾ ਅਮਰੀਕਾ ਦੇ ਲਈ। ਤਾਂ ਇਹ ਬੜੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ ਜੰਗ ਬਾਰੇ ਕਿ ਜੰਗ ਦੇ ਕੀ ਕਾਰਨ ਹੈ, ਅੱਗੇ ਇਸ ਦਾ ਕੀ ਹੋ ਸਕਦਾ, ਇਸ ਸਭ 'ਤੇ ਚਰਚਾ ਕੀਤੀ। ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ, ਬਠਿੰਡਾ।